शंभू मोर्चा, जिस मोर्चे का नाम से शंभू मोर्चा रखा है, जो साडी होंद दी लड़ाई है। शंभू खुर्द किसान जथेबंदियां दी ने रेल जां बड़ा मोर्चा लाया होया, सो उत्थे जावांगे। ये मुद्दा सिर्फ किसानी दा नहीं हैगा, ये मुद्दा साडी होंद दा आ। साडे जिहड़े बाकी मुद्दे हैगे पर एक टाइम ते एक ही कोल लड़िया जा सकदा है, ते ए समय जिहड़ा साडी लड़ाई हैगी आ, ओ लड़ाई किसानी घोल दी ते तिन्ना बिल्लां दे अगेंस्ट आ। पहला असीं ये जित लईए, बाकी भी असीं जित लांगे। असीं अपना एक अड मोर्चा लगाई, असीं सारियां चीज़ां लई साथ दे रहे हां, पर नाल साडा अपना अड मोर्चा जो जरूरी है, सारियां नूं रल के लड़न दी लोड़ आ। असीं अड मोर्चे लावांगे, कुछ नहीं होना हैगा। असीं अंदोलन अड नहीं करना, जिवें भी है साडियां जथेबंदियां हुक्म करनगियां, असीं नाल हैगे आ, नाल रहांगे। रिलायंस अंडाणियां बाणियां दे पंप जां मॉल घेर के कुछ नहीं होना हैगा। रिलायंस पंपां दा बायकाट करो, जियो नंबर बंद करो, पोर्ट करो। जिवें जिवें किसान जथेबंदियां ने कहा, टोल प्लाजे जिथे भी तुसीं रोक सकदे हो, टोल प्लाजे रोको, क्योंकि ਉਹਦੇ ਨਾਲ ਇੱਕ ਵਾਰ ਦਾ ਰੈਵਨਿਊ ਬੰਦ ਹੁੰਦਾ ਹੈ ਨਾ ਅਸੀਂ ਆਮ ਆ ਕਿ ਸਾਨੂੰ ਜਿਵੇਂ ਉਹ ਕਹਿਣਗੇ ਪਿੱਛੇ ਲੱਗ ਜਾਈਏ। ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ, ਕਿਉਂਕਿ ਸਾਡਾ ਆਪਣਾ ਦਿਮਾਗ ਆ, ਅਸੀਂ ਐਕਟਿਵਿਸਟ ਆ। ਮੈਂ ਨਹੀਂ ਵੀਰੇ ਨਾਲ ਡਿਸਕਸ ਕੀਤਾ ਹੈਗਾ, ਕਿਉਂਕਿ ਵੀਰਾ ਫਿਰ ਮੈਨੂੰ समझा लेंदे और मैं हैगी हां जज्बाती, मैं उवें मन लैनी हां। ते ਇਹਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੇ ਰਾਤੋਂ ਰਾਤ ਬਦਲੇ ਬੋਲ। ਪਹਿਲਾਂ ਸਿਮਰਨਜੀਤ ਕੌਰ ਗਿੱਲ ਕਹਿੰਦੇ ਸਨ ਕਿ ਸ਼ੰਭੂ ਮੋਰਚਾ ਜੋ ਦੀਪ ਸਿੱਧੂ ਦੀ ਅਗਵਾਈ ਵਿੱਚ ਲਗਾਇਆ ਜਾ ਰਿਹਾ ਹੈ, ਉਹ ਪੰਜਾਬ ਦੀ ਹੋਂਦ ਲਈ ਲਗਾਇਆ ਜਾ ਰਿਹਾ ਹੈ ਅਤੇ ਇਸ ਦੇ ਵਿੱਚ ਸਿਰਫ MSP ਦੀ ਗੱਲ ਨਹੀਂ ਕੀਤੀ ਜਾਏਗੀ, ਸਗੋਂ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਵਿਚਾਰਿਆ ਜਾਏਗਾ, ਜਿਸ ਵਿੱਚ ਪਹੁੰਚਣ ਲਈ ਸਾਰੇ ਲੋਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ। ਪਰ ਗਾਇਕਾਂ ਅਤੇ ਲੱਖਾ ਸਿਧਾਣਾ ਇਸ ਵਿੱਚ ਆਉਣ ਤੋਂ ਪਹਿਲਾਂ ਹੀ ਇਨਕਾਰੀ ਹੋ ਚੁੱਕੇ ਸਨ ਅਤੇ ਸਿਮਰਨਜੀਤ ਕੌਰ ਗਿੱਲ ਦੀਪ ਸਿੱਧੂ ਦੇ ਨਾਲ ਚਟਾਂਗ ਵਾਂਗ ਖੜੇ ਸਨ ਅਤੇ ਉਹ ਪਹਿਲੇ ਦਿਨ ਸ਼ੰਭੂ ਮੋਰਚੇ ਦੇ ਵਿੱਚ ਸ਼ਾਮਲ ਵੀ ਹੋਏ। ਪਰ ਸ਼ੰਭੂ ਮੋਰਚਾ ਸ਼ੁਰੂ ਹੋਣ ਤੋਂ ਅਗਲੇ ਹੀ ਦਿਨ ਸਿਮਰਨਜੀਤ ਕੌਰ ਗਿੱਲ ਦੇ ਬੋਲ ਪੂਰੀ ਤਰ੍ਹਾਂ ਬਦਲ ਚੁੱਕੇ ਨੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਅਸੀਂ ਉਹਨਾਂ ਨੂੰ ਹੀ ਸਮਰਥਨ ਦੇਵਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੰਭੂ ਖੁਰਦ ਵਿਖੇ ਲੱਗੇ ਕਿਸਾਨਾਂ ਦੇ ਰੇਲ ਟਰੈਕ ਤੇ ਧਰਨੇ ਵਿੱਚ ਵੀ ਸ਼ਾਮਲ ਹੋਣਗੇ। ਪਹਿਲਾਂ ਉਹਨਾਂ ਨੇ ਸ਼ੰਭੂ ਮੋਰਚੇ ਦੇ ਵਿੱਚ ਦੀਪ ਸਿੱਧੂ ਦਾ ਸਮਰਥਨ ਕੀਤਾ ਸੀ, ਪਰ ਹੁਣ ਸਿਮਰਨਜੀਤ ਕੌਰ ਗਿੱਲ ਪੂਰੀ ਤਰ੍ਹਾਂ ਬਦਲਦੇ ਦਿਖਾਈ ਦੇ ਰਹੇ ਨੇ। ਦੋਸਤੋ, ਸਭ ਤੋਂ ਪਹਿਲਾਂ ਜਿਹੜੀ ਮੈਂ ਜ਼ਰੂਰੀ ਗੱਲ ਕਰਨੀ ਆ ਕਿ ਪਹਿਲੇ ਦਿਨ ਤੋਂ ਜਦੋਂ ਤੋਂ ਕਿਸਾਨੀ ਦੇ ਘੋਲ ਦੇ ਵਿੱਚ ਮੈਂ ਨਿੱਜੀ ਤੌਰ ਤੇ ਮੈਂ ਤੇ ਜਿਹੜੀ ਮੇਰੀ ਟੀਮ ਹੈਗੀ ਆ ਯੂਥ ਆਫ ਪੰਜਾਬ ਦੀ, ਫਾਈਟ ਫॉर ਰਾਈਟ ਦੀ ਜਾਂ ਬਚਪਨ ਬਚਾਓ ਮੁਹਿੰਮ ਜਿਹੜੀਆਂ ਮੈਂ ਮੁਹਿੰਮ ਚਲਾ ਰਹੀ ਹਾਂ, ਇਹਦੀ ਟੀਮ ਹੈਗੀ ਹੈ। ਜਿਹੜੇ ਸਾਡੇ ਮੇਰੇ ਸਾਥੀ ਨੇ, ਚਾਹੇ ਉਹ ਕੁਝ ਡਾਕਟਰ ਨੇ, ਕੁਝ ਵਕੀਲ ਨੇ ਜਾਂ ਕੁਝ ਹੋਰ ਕੰਮਕਾਰ ਕਰਦੇ ਨੇ, ਉਹ ਸਾਰਿਆਂ ਨੇ ਅਸੀਂ ਰਾਤ ਬੈਠ ਕੇ ਮੀਟਿੰਗ ਕੀਤੀ, ਰਾਤ ਬੈਠ ਕੇ ਅਸੀਂ ਗੱਲਾਂ ਕੀਤੀਆਂ ਤੇ ਅਸੀਂ ਸਾਰਾ ਜੋ ਸਿਸਟਮ ਚੱਲ ਰਿਹਾ ਉਹਨੂੰ ਐਨਾਲਿਸਿਸ ਕੀਤਾ। ਤਾਂ ਅਸੀਂ ਜਿਹੜੀ ਮੇਰੀ ਖਾਸ ਕਰ ਟੀਮ ਆ, ਤਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਠੀਕ ਹੈ ਕਿ ਸਾਨੂੰ ਸਾਡੇ ਘੋਲ ਦਾ ਐਕਸਪੀਰੀਅੰਸ ਹੋ ਸਕਦੇ ਆ, ਜਿਵੇਂ ਕਿ ਜਿਹੜਾ ਬੱਚਿਆਂ ਦੇ ਨਾਲ ਕਿਤੇ ਗਲਤ ਹੁੰਦਾ ਆ ਤਾਂ ਉਹਨਾਂ ਚੀਜ਼ਾਂ ਦੀ ਮੈਨੂੰ ਐਕਸਪੀਰੀਅੰਸ ਹੈ ਕਿ ਉਸ ਚੀਜ਼ ਨੂੰ ਕਿਵੇਂ ਟੈਕਲ ਕਰਨਾ ਆ, ਜਾਂ ਜਦੋਂ ਕਿਸੇ ਦੇ ਨਾਲ ਡੋਮੈਸਟਿਕ ਵਾਇਲੈਂਸ ਜਾਂ ਪੁਲਿਸ, ਸਿੰਪਲ ਜੀ ਗੱਲ ਆ, ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਆ। ਕਿਸਾਨੀ ਦੇ ਘੋਲ ਨਾ ਤਾਂ ਮੈਂ ਕਦੇ ਲੜੀ ਆ, ਨਾ ਮੈਨੂੰ ਪਤਾ ਆ, ਨਾ ਮੈਂ ਕਿਸਾਨੀ ਕੀਤੀ, ਪਰ ਦਿਲੋਂ ਹਮਦਰਦੀ ਆ, ਦਿਲੋਂ ਦਰਦ ਆ। ਕਿਉਂਕਿ ਮੈਂ ਇੱਕ ਕਿਸਾਨ ਦੀ ਧੀ ਆ ਤੇ ਮੈਂ ਕਾਲੇ ਬਿੱਲਾਂ ਦੇ ਵਿਰੋਧ ਆ। ਤੇ ਮੈਨੂੰ ਜਦੋਂ ਕਿਸਾਨ ਸਾਡੇ ਸੜਕਾਂ ਤੇ ਇੰਨੀ ਦੇਰ ਤੋਂ ਉਤਰੇ ਹੋਏ ਆ, ਅੱਜ ਅਸੀਂ ਆ ਕੇ ਨੁਕਤਾਚੀਨੀ ਕਰੀਏ, ਉਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗੀਆਂ। ਮੈਂ ਕੱਲ ਸ਼ੰਭੂ ਬਾਰਡਰ ਤੇ ਸੀਗੀ, ਸਾਰਿਆਂ ਨੂੰ ਪਤਾ ਆ। ਮੈਸੇਜ ਮੀਡੀਆ ਨੇ ਬੜਾ ਗਲਤ ਫੈਲਾ ਦਿੱਤਾ ਕਿ ਸਾਰੇ ਜਾਣੇ ਅੱਡ ਪਾੜ ਹੋ ਗਏ, ਕੋਈ ਅੱਡ ਪਾੜ ਨਹੀਂ ਹੈਗਾ ਜੀ, ਇਕੱਠੇ ਆ। ਕੁਝ ਵਿਚਾਰਧਾਰਕ मतभेद हो सकते हैं, मेरे भी बहुत सारे आ, कुछ मेरे मतभेद दीपवीर नाल भी कुछ चीज़ां ते हैगे, जिवें वो कहंदे आ कि रिलायंस जियो दे नाल कुछ नहीं होना, घिराव करके मैं कहनी आ स्ट्रोंगली कि विद्रोह हुंदा है चाहे एक बंदा घर दे विच बैठ के करे। दूजी गल जिहड़ी हैगी आ रेलवे ट्रैक एंड रोकण दी, मैं उस नूं भी कदे नहीं, क्योंकि मैं किसान जथेबंदियां दे हर हुक्म नूं इन बिन मन्नण दी गल कीती आ। मेरी उन्हां नाल वखरेवा सिर्फ एक गल दे उत्ते आ कि कल्ली MSP दी लड़ाई असीं नहीं लड़नी। साडी लड़ाई दे विच जे MSP पक्की खरीद, ठीक है, पक्की खरीद
ਤੇ ਆਪਣਾ ਕੀ ਬੋਲਦੇ ਆ ਕਿ ਜੇ ਕੋਈ ਕੁਦਰਤੀ ਆਫਤ ਹੋ ਜਾਂਦੀ ਆ ਤਾਂ ਉਸ ਚੀਜ਼ ਦੇ ਵਿੱਚ ਕਿਸਾਨ ਨੂੰ ਮੁਆਵਜ਼ਾ ਮਿਲੇ, ਤੇ ਇਹ ਸਾਰੀਆਂ ਚੀਜ਼ਾਂ ਸ਼ਾਮਲ ਹਨ। ਤੇ ਬਾਕੀ ਸਾਡੇ ਕੋਲ ਸਾਡੇ ਕੋਲ ਕੋਈ ਤਜਰਬਾ ਨਹੀਂ ਹੈਗਾ। ਕਿਸਾਨ ਜਥੇਬੰਦੀਆਂ ਨੇ ਵੱਡੇ ਘੋਲ ਲੜਿਆ, ਠੀਕ ਆ, ਕੁਛ ਦੇ ਉੱਤੇ ਇਲਜ਼ਾਮ ਵੀ ਹੁੰਦੇ ਨੇ, ਉਹ ਇਲਜ਼ਾਮ ਸਾਡੇ ਵਰਗਿਆਂ ਦੇ ਉੱਤੇ ਵੀ ਲੱਗਦੇ ਰਹਿੰਦੇ ਨੇ। ਸੋ ਇਲਜ਼ਾਮ ਸੱਚੇ ਆ ਜਾਂ ਝੂਠੇ ਆ ਉਹ ਗੱਲਾਂ ਅਲੱਗ ਨੇ। ਸੋ ਕੱਲ ਮੇਰੀ ਅੰਕਲ ਹੈਗੇ ਕਿਸਾਨ ਜਥੇਬੰਦੀ ਦੇ ਦਰਸ਼ਨਪਾਲ ਜੀ, ਉਹਨਾਂ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਮੈਨੂੰ ਸਮਝਾਈਆਂ ਗੱਲਾਂ, ਤੇ ਬੜੇ ਵਧੀਆ ਕਿਸਾਨ ਲੀਡਰ ਨੇ ਉਹ। ਤੇ ਸੋ ਮੈਂ ਇਹੀ ਚੀਜ਼ ਦੇਖੀ ਕਿ ਅਸੀਂ ਕੱਲੇ ਕੱਲੇ ਲੜਾਂਗੇ, ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਮਰਾਂਗੇ। ਗੱਲ ਆ ਕਿ ਸਾਨੂੰ ਇਕੱਠੇ ਮੋਰਚਾ ਫਤਿਹ ਕਰਨ ਦੀ, ਸੋ ਸਾਨੂੰ ਸਾਰਿਆਂ ਨੂੰ ਰਲ ਕੇ ਲੜਨ ਦੀ ਲੋੜ ਆ। ਅਸੀਂ ਅੱਡ ਅੱਡ ਮੋਰਚੇ ਲਾਵਾਂਗੇ, ਕੁਛ ਨਹੀਂ ਹੋਣਾ ਹੈਗਾ। ਸੋ ਮੈਂ ਉਹਨਾਂ ਲੋਕਾਂ ਤੋਂ ਵੀ ਮਾਫੀ ਮੰਗਦੀ ਆ ਜਿਹੜੇ ਮੇਰੀ ਕਾਲ ਤੇ ਉੱਥੇ ਆਏ ਤੇ ਬਾਰਡਰ ਘੇਰਨ ਲਈ ਆਏ ਸੀਗੇ। ਤੇ ਅਸੀਂ ਬਾਰਡਰ ਨੇ ਆਪਸੀ ਮਤਭੇਦ ਹੁੰਦੇ ਨੇ, ਵੀਰੇ ਨੂੰ ਲੱਗਦਾ ਆ ਕਿ ਬਾਰਡਰ ਘੇਰਾਂਗੇ ਤਾਂ ਕੁਛ ਨਹੀਂ ਹੋਊਗਾ, ਪਰ ਮੈਨੂੰ ਇਹ ਲੱਗਦਾ ਕਿ ਕੱਲੀਆਂ ਸਪੀਚ ਸੁਣਨ ਲੋਕ ਨਹੀਂ ਆਉਂਦੇ ਹੈਗੇ। ਅਸੀਂ ਭਾਸ਼ਣ ਤਾਂ ਮੋਦੀ ਵੀ ਬਹੁਤ ਸੋਹਣਾ ਦੇ ਲੈਂਦਾ, ਅਸੀਂ ਇਕੱਲੇ ਉੱਥੇ ਮੰਚ ਲਾਈਏ ਤੇ ਸਪੀਚ ਕਰੀਏ। ਸੋ ਮੇਰੇ ਮਤਭੇਦ ਨੇ, ਮੈਂ ਕਿਸੇ ਨਾਲ ਬੈਸਣਾ ਵੀ ਨਹੀਂ ਚਾਹੁੰਦੀ ਹੈਗੀ, ਮੇਰੀ ਆਪਣੀ ਸੋਚ ਆ। ਸੋ ਮੈਂ ਇਹ ਡਿਸਾਈਡ ਕੀਤਾ ਆ ਕਿ ਸਾਨੂੰ ਤਜਰਬਾ ਘੱਟ ਆ ਤੇ ਅਸੀਂ ਕੋਈ ਵੀ ਨਾਦਾਨ ਐਕਸਪੈਰੀਮੈਂਟ ਨਾ ਕਰੀਏ ਜਿਹਦੇ ਕਰਕੇ ਇਸ ਸੰਘਰਸ਼ ਮੈਂ ਇਨ ਬਿਨ ਜਿਵੇਂ ਵੀ ਹੈਗੀ ਆ ਉਹਨਾਂ ਦੇ ਨਾਲ। ਤੇ ਮੈਂ ਨਹੀਂ ਚਾਹੁੰਦੀ ਕਿ ਵਿਰੋਧੀਆਂ ਦੀ ਅਸੀਂ ਕਠਪੁਤਲੀ ਬਣ ਜਾਈਏ, ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਨੇ, ਚਾਹੇ ਬੀਜੇਪੀ ਜਾਂ ਜਿਹੜੀ ਵੀ ਹੈ ਜਾਂ ਸਰਕਾਰਾਂ ਨੇ, ਉਹ ਇਹੀ ਦੇਖ ਰਹੀਆਂ ਨੇ ਕਿ ਸਾਰੇ ਜਾਣੇ ਅੱਡ ਪਾੜ ਹੋ ਜਾਣ ਤੇ ਇਸ ਸੰਘਰਸ਼ ਨੂੰ ਢਾਹ ਲੱਗੇ, ਤੇ ਅਸੀਂ ਉਹ ਚੀਜ਼ ਨਹੀਂ ਹੋਣ ਦੇਣੀ। ਅਸੀਂ ਸਾਰੇ ਜਾਣੇ ਇਕੱਠੇ ਆ, ਔਰ ਮੇਰੇ ਲਈ ਠੀਕ ਆ, ਮੈਂ ਉਹਨਾਂ ਨਾਲ ਉਸ ਚੀਜ਼ ਤੇ ਨਹੀਂ ਸਹਿਮਤ ਹੋਵਾਂਗੀ। ਮੇਰੇ ਜਿਹੜੇ ਅੱਡ ਵਿਚਾਰ ਆ ਮੈਂ ਦੱਸਦੀ ਰਵਾਂਗੀ, ਬਾਕੀ ਹਰੇਕ ਦਾ ਇੱਕ ਕੰਮ ਹੁੰਦਾ ਤੇ ਮੇਰਾ ਕੰਮ ਹੈ ਕਿ ਮੈਂ ਕਾਨੂੰਨਨ ਤਰੀਕੇ ਉਹਨਾਂ ਨੂੰ ਦੱਸਦੀ ਰਵਾਂ। ਤੇ ਦੂਜੀ ਗੱਲ ਆ ਕਿ ਜਿੱਥੇ ਵੀ ਮੈਨੂੰ ਲੱਗੂਗਾ ਕਿ ਇਹ ਗਲਤ ਆ ਤੇ ਮੈਂ ਉੱਥੇ ਦੱਸਦੀ ਰਵਾਂ ਉਹਨਾਂ ਨੂੰ। ਤੇ ਬਾਕੀ ਜਿਵੇਂ ਕਿਸਾਨ ਜਥੇਬੰਦੀਆਂ ਹੁਕਮ ਕਰਦੀਆਂ ਨੇ, ਜੋ ਕਰ ਰਹੀਆਂ ਨੇ, ਸੋ ਉਸ ਚੀਜ਼ ਦੇ ਨਾਲ ਹੈਗੇ ਆ। ਮੈਂ ਪਹਿਲਾਂ ਵੀ ਕਿਹਾ ਸੀ, ਔਰ ਮੀਡੀਆ ਨੇ ਏਡਾ ਗੰਦਾ ਰੋਲ ਪਲੇ ਕੀਤਾ। ਕੁਛ ਮੀਡੀਆ, ਸਾਰੇ ਦੀ ਗੱਲ ਨਹੀਂ ਕਰਦੀ, ਡੇਲੀ ਪੋਸਟ ਨੇ ਖਾਸ ਕਰਕੇ, ਉਹ ਬਾਰ-ਬਾਰ ਇਸ ਚੀਜ਼ ਤੇ ਫੋਕਸ ਕਰੀ ਗਿਆ ਕਿ ਸਾਰੇ ਜਾਣੇ ਲੜ ਪਏ। ਸੋ ਇਹੋ ਜਿਹਾ ਕੁਛ ਵੀ ਨਹੀਂ ਹੈਗਾ ਕਿ ਕੋਈ ਲੜਿਆ, ਸਾਰੇ ਜਾਣੇ ਇਕੱਠੇ ਆ, ਸਾਰਿਆਂ ਨੂੰ ਦਰਦ ਆ। ਸੋ ਦੂਜੀ ਗੱਲ ਕਿ ਮੈਂ ਨਹੀਂ ਚਾਹੁੰਦੀ ਹੈਗੀ ਕਿ ਇਸ ਚੀਜ਼ ਨੂੰ ਕੋਈ ਕ੍ਰੈਡਿਟ ਵਾਰ ਬਣਾਇਆ ਜਾਵੇ, ਠੀਕ ਹੈ ਜੀ। ਕਿਉਂਕਿ ਨਾ ਤਾਂ ਮੈਂ ਲੀਡਰੀ ਕਰਨੀ ਆ, ਮੈਂ ਤਾਂ ਸਿਰਫ ਬਚਪਨ ਬਚਾਓ ਚਲਾਉਣੀ ਆ, ਜੋ ਮੇਰੀ ਮੇਨ ਮੁਹਿੰਮ ਹੈਗੀ ਆ। ਤੇ ਮੈਂ ਬੱਚਿਆਂ ਲਈ ਕੰਮ ਕਰਦੀ ਆ, ਮੈਂ ਬੱਚਿਆਂ ਲਈ ਕੰਮ ਕਰਨੇ ਆ। ਮੈਂ ਸਿਰਫ ਇੰਨਾ ਕੁ ਹੋ ਸਕਦਾ ਕਿ ਠੀਕ ਆ, ਮੇਰੇ ਜਿਹੜੇ ਵੀ 1.5 ਲੱਖ ਪੇਜ ਦੇ ਉੱਤੇ ਹੈਗੇ ਜਾਂ 2 ਲੱਖ ਹੈਗੇ, ਉਹਨਾਂ ਨੂੰ ਕਿਸਾਨਾਂ ਦਾ ਸੁਨੇਹਾ ਲਾ ਸਕਾਂ ਤੇ ਜੋ ਮੇਰੇ ਵਿਊਜ਼ ਨੇ ਉਹ ਦੇ ਸਕਾਂ, ਤੇ ਜਿੱਥੇ ਮੈਨੂੰ ਕਿਸਾਨ ਜਥੇਬੰਦੀਆਂ ਦਾ ਹੁਕਮ ਹੋਊਗਾ ਉੱਥੇ ਜਾ ਸਕਾਂ। ਜਿੱਦਣ ਦਿੱਲੀ ਵੱਲ ਨੂੰ ਰੁੱਖ ਕਰਨਗੇ ਆਪਾਂ ਉਧਰ ਜਾ ਸਕੀਏ, ਠੀਕ ਹੈ ਨਾ। ਜਿੱਦਾਂ ਦਿੱਲੀ ਵੱਲ ਨੂੰ ਰੁੱਖ ਕਰਨਗੇ, ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਕਿਸਾਨ ਦੀ ਧੀ ਆ, ਮੈਂ ਪੰਜਾਬ ਦੀ ਧੀ ਆ, ਮੈਨੂੰ ਉਹ ਦਰਦ ਆ, ਠੀਕ ਹੈ। ਸਾਡੇ ਵਾਲੇ ਠੇਕੇ ਤੇ ਦਿੰਦੇ ਆ, ਮੈਨੂੰ ਪਤਾ ਜੇ ਇਹੋ ਜਿਹੇ ਹਾਲਾਤ ਹੋ ਗਏ ਸਾਡੀ ਜ਼ਮੀਨ ਕਿਸੇ ਨੇ ਠੇਕੇ ਤੇ ਵੀ ਨਹੀਂ ਲੈਣੀ ਹੈਗੀ। ਜਿਹੜੇ ਠੇਕੇ ਤੇ ਦਿੰਦੇ ਨੇ NRI, ਉਹਨਾਂ ਲਈ ਆ ਇਹ ਗੱਲ, ਠੀਕ ਹੈ ਨਾ। ਇਸ ਲਈ ਸਾਰਿਆਂ ਨੂੰ ਰਲ ਕੇ ਚੱਲਣ ਦੀ ਲੋੜ ਹੈ, ਮਜ਼ਦੂਰ ਕਿਸਾਨ ਏਕਤਾ ਦੀ ਗੱਲ ਆ। ਸੋ ਸਾਰਿਆਂ ਦਾ ਰਲਣਾ ਜ਼ਰੂਰੀ ਆ ਇਹਦੇ ਵਿੱਚ, ਹਨਾ। ਕੱਲੇ ਕੱਲੇ ਲੜਨ ਨਾਲ ਕੁਛ ਨਹੀਂ ਹੋਣਾ ਹੈਗਾ। ਸੋ ਮੈਂ ਉਹਨਾਂ ਚੀਜ਼ਾਂ ਤੇ ਅੱਜ ਵੀ ਹੈਗੀ ਆ, ਮੈਂ ਫਿਰ ਬੋਲਦੀ ਹਾਂ, ਰਿਲਾਇੰਸ ਪੰਪਾਂ ਦਾ ਬਾਈਕਾਟ ਕਰੋ, ਜੀਓ ਨੰਬਰ ਬੰਦ ਕਰੋ, ਪੋਰਟ ਕਰੋ। ਜਿੱਥੇ ਵੀ ਹੁਣ ਪਤਾ ਲੱਗਿਆ ਕਿ ਈਜ਼ੀ ਡੇ ਵੀ ਰਿਲਾਇੰਸ ਨੇ ਖਰੀਦ ਲਿਆ, ਈਜ਼ੀ ਡੇ ਆ ਰਿਲਾਇੰਸ ਸਮਾਰਟ ਜਾਂ ਜਿਹੜੇ ਇਹੋ ਜਿਹੇ ਹੈਗੇ ਆ, ਇਹਨਾਂ ਸਾਰਿਆਂ ਨੂੰ ਆਪਣਾ ਕੀ ਕਹਿੰਦੇ ਆ, ਇਹਨਾਂ ਸਾਰਿਆਂ ਦਾ ਬਾਈਕਾਟ ਕਰੋ। ਦੂਜੀ ਜਿਹੜੀ ਗੱਲ ਹੈਗੀ ਆ ਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ, ਟੋਲ ਪਲਾਜ਼ੇ ਜਿੱਥੇ ਵੀ ਤੁਸੀਂ ਰੋਕ ਸਕਦੇ ਹੋ, ਟੋਲ ਪਲਾਜ਼ੇ ਰੋਕੋ, ਕਿਉਂਕਿ ਉਹਦੇ ਨਾਲ ਇੱਕ ਵਾਰ ਤਾਂ ਰੈਵਨਿਊ ਬੰਦ ਹੁੰਦਾ ਆ ਨਾ, ਤੇ ਇਸ ਚੀਜ਼ ਦਾ ਅਸਰ ਹੋਏਗਾ। ਤੇ ਦੂਜੀ ਜਿਹੜੀ ਗੱਲ ਆ ਕਿ ਹਾਂਜੀ ਓਬਵੀਅਸ ਉਹ ਵੱਡੇ ਨੇ, ਉਹਨਾਂ ਕੋਲ ਸਟ੍ਰੈਟਜੀ ਆ ਲੜਨ ਦੀ, ਤੇ ਅਸੀਂ ਉਸ ਸਟ੍ਰੈਟਜੀ ਨੂੰ, ਮੈਂ ਤਾਂ ਡਿਸੀਜ਼ਨ ਲਿਆ ਆ, ਚਾਹੇ ਕੋਈ ਮੈਨੂੰ ਹੁਣ ਕੁਛ ਵੀ ਬੋਲੇ, ਮੈਨੂੰ ਕੋਈ ਕਵੇ ਕਿ ਮੈਂ ਆਪਣੇ ਆਪ ਨੂੰ ਗਿਰਵੀ ਰੱਖਦਾ ਕਿਸਾਨ ਜਥੇਬੰਦੀਆਂ ਕੋਲ ਜਾਂ ਕੁਛ ਵੀ ਆ, ਮੈਨੂੰ ਕੋਈ ਪਰਵਾਹ ਨਹੀਂ ਗੀ, ਕਿਉਂਕਿ ਮੈਨੂੰ ਪਤਾ ਮੈਨੂੰ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੈਗਾ। ਸੋ
ਮੈਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਧੀਆ ਹੈਗੇ ਆ ਮੈਂ ਉਹਨਾਂ ਨੂੰ ਫੋਲੋ ਕਰਨ ਦੀ ਗੱਲ ਕਰਦੀ ਹਾਂ, ਨਾਲ ਨਾਲ ਆਪਣੇ ਸੁਝਾਅ ਦਿੰਦੇ ਰਵਾਂਗੇ ਕਿਉਂਕਿ ਡੈਮੋਕ੍ਰੇਸੀ ਆ ਇਹ, ਠੀਕ ਹੈ। ਤੇ ਦੂਜੀ ਗੱਲ ਜਿਹੜੀ ਮੀਡੀਆ ਨੇ ਇਸ ਚੀਜ਼ ਨੂੰ ਬਣਾ ਕੇ ਦੱਸਿਆ ਕਿ ਸਾਰੇ ਅੱਡ ਪਾਡ ਆ, ਉਹ ਜਸ ਬਾਜਵੇ ਨੇ ਬਾਈਕਾਟ ਕੀਤਾ, ਲੱਖੇ ਬਾਈ ਨੇ, ਇਦਾਂ ਦਾ ਕੁਝ ਵੀ ਨਹੀਂ ਹੋਇਆ, ਕਿਸੇ ਨੇ ਕੋਈ ਬਾਈਕਾਟ ਨਹੀਂ ਕੀਤਾ। ਸਿਰਫ ਇਹ ਆ ਕਿ ਉਹ ਅੱਡ ਜਗ੍ਹਾ ਤੇ ਡਿਊਟੀ ਦੇ ਰਹੇ ਸੀਗੇ, ਜਿੱਥੇ ਜਿੱਥੇ ਉਹਨਾਂ ਦੀ ਲੱਗੀ ਹੋਈ ਆ, ਜੋ ਉਹਨਾਂ ਦਾ ਪਲਾਨ ਸੀਗਾ, ਸੋ ਉਹਨਾਂ ਨੇ ਉਸ ਤਰੀਕੇ ਨਾਲ ਕਰ ਦਿੱਤਾ, ਠੀਕ ਹੈ ਜੀ। ਦੂਜੀ ਗੱਲ ਕਿ ਉਹਨਾਂ ਲੋਕਾਂ ਤੋਂ ਮਾਫੀ ਜਿਹੜੇ ਉੱਥੇ ਘਿਰਾਓ ਕਰਨ ਆਏ ਸੀਗੇ ਤੇ ਉਹ ਚੀਜ਼ ਤਾਂ ਨਹੀਂ ਹੋਈ। ਤੇ ਫਿਰ ਦੂਜੀ ਗੱਲ ਹੈ ਕਿ ਸਾਡਾ ਕੰਮ ਓਬਵੀਅਸਲੀ ਗੱਲ ਆ ਸਿਰਫ ਪ੍ਰਚਾਰ ਕਰਨਾ ਹੈ ਤੇ ਅਸੀਂ ਪ੍ਰਚਾਰ ਕਰਨਾ, ਤੇ ਸਾਡੇ ਕੋਲ ਤਜਰਬੇ ਨਹੀਂ ਹੈਗੇ, ਸਾਡੇ ਕੋਲ ਜਜ਼ਬਾ ਆ, ਮੇਰੇ ਕੋਲ ਜਜ਼ਬਾ ਆ, ਮੇਰੇ ਕੋਲ ਲੜਨ ਦਾ ਜਜ਼ਬਾ ਹੈਗਾ ਆ, ਮੇਰੇ ਕੋਲ ਬੇਬਾਕ ਹੋ ਕੇ ਬੋਲਣ ਦੀ ਤਾਕਤ ਹੈਗੀ ਆ। ਸੋ ਮੇਰੀ ਜਿਹੜੇ ਮੈਨੂੰ ਸੁਣਦੇ ਆ ਜਾਂ ਸਾਰੇ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਾਣੇ ਰਲ ਕੇ ਲੜਾਈ ਲੜੀਏ, ਆਪਾਂ ਕੋਸ਼ਿਸ਼ ਕਰੀਏ ਕਿ ਆਲ ਪਾਰਟੀਆਂ ਨੂੰ ਵੀ ਆਪਣੇ ਨਾਲ ਲਾਈਏ ਕਿ ਪੰਜਾਬ ਦੇ ਵਿੱਚੋਂ ਮੂਵਮੈਂਟ ਉੱਠੇ। ਦੂਜੀ ਗੱਲ ਚਾਂਸਸ ਹੈਗੇ ਆ ਜਿਹੜੇ ਐਮਰਜੈਂਸੀ ਵਾਲੇ, ਜੇ ਚਾਂਸਸ ਹੈਗੇ ਆ ਜੇ ਕੱਲ ਨੂੰ ਐਮਰਜੈਂਸੀ ਵੋਕ ਹੁੰਦੀ ਆ ਸਾਡੇ ਇੱਥੇ ਤਾਂ ਸਾਡੀ ਕੀ ਸਟ੍ਰੈਟਜੀ ਹੋਊਗੀ? ਸਾਡੇ ਸਭ ਤੋਂ ਪਹਿਲਾਂ ਇੰਟਰਨੈਟ ਬੰਦ ਹੋਣਗੇ, ਠੀਕ ਹੈ ਜੀ। ਸਾਡੇ ਇੰਟਰਨੈਟ ਬੰਦ ਹੋਣਗੇ ਤਾਂ ਸਾਡੀ ਸਾਰਿਆਂ ਦੀ ਪਹਿਲੀ ਇਹ ਆ ਕਿ ਸਾਡੇ ਜਿਹੜੇ NRI ਵੀਰ ਭੈਣ ਹੈਗੇ ਆ ਉਹ ਸਾਡੇ ਮੂਵਮੈਂਟ ਨੂੰ ਅੱਗੇ ਹੋ ਕੇ ਚੱਲਣਗੇ, ਕਿਉਂ ਸਾਡੀ ਆਵਾਜ਼ ਬਾਹਰ ਤੱਕ ਜਾਣੀ ਨਹੀਂ। ਫਿਰ ਇਹ NRI ਦਾ ਹੈਗਾ ਕਿ ਉਹ ਇਹ ਰੋਲ ਪਲੇ ਕਰਨਗੇ ਜੇ ਇਹੋ ਜੀ ਚੀਜ਼ ਹੁੰਦੀ ਆ। ਹੋਰ ਮੇਰੇ ਕੋਲ ਤਾਂ ਕੋਈ ਪਲਾਨ ਵੀ ਹੈ ਨਹੀਂਗੇ, ਬਾਕੀਆਂ ਕੋਲ ਹੋਵੇ ਤਾਂ ਉਹਨਾਂ ਨੂੰ ਸਾਂਝਾ ਕਰਨਾ ਚਾਹੀਦਾ। ਮੈਂ ਤਾਂ ਸਿਰਫ ਇੰਨੀ ਗੱਲ ਕਹਿ ਸਕਦੀ ਹਾਂ ਕਿ ਜੇ ਐਮਰਜੈਂਸੀ ਵਾਲੀ ਸਿਚੁਏਸ਼ਨ ਆਉਂਦੀ ਆ ਤਾਂ ਜਿਹੜੇ NRI ਭਾਈਚਾਰਾ ਬੈਠਾ ਆ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰੇ, ਉਹ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਉਹ ਇੰਟਰਨੈਸ਼ਨਲ ਲੈਵਲ, ਕਿਉਂਕਿ ਸਾਡਾ ਜਿਹੜਾ ਗੋਦੀ ਮੀਡੀਆ ਆ ਇਹਨੇ ਕੁਝ ਨਹੀਂ ਦਿਖਾਉਣਾ ਹੈਗਾ, ਠੀਕ ਹੈ ਜੀ। ਗੋਦੀ ਮੀਡੀਆ ਦੀ ਜਿਹੜੀ ਚਾਲਾਂ ਨੇ ਇਹ ਦੇਖੋ ਹੈ ਨਾ, ਇੱਕ ਛੋਟੀ ਜਿਹੀ ਗੱਲ ਹੈ ਨਾ, ਨਿਰਭਿਆਲਾ ਕਾਂਡ ਹੋਇਆ, ਆਏ ਦਿਨ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਨਾਲ ਰੇਪ ਹੁੰਦੇ ਆ, ਆਏ ਦਿਨ ਇਹੋ ਜਿਹੀਆਂ ਚੀਜ਼ਾਂ, ਕਿਉਂਕਿ ਮੈਂ ਇਸ ਚੀਜ਼ ਨਾਲ ਡੀਲ ਕਰਦੀ ਹਾਂ। ਉਹ ਇੱਕ ਬਣਾ ਦਿੱਤਾ ਹੈ ਨਾ, ਉਹ ਇੱਕ ਬੱਚੀ ਦੀ ਬਲੀ ਦੇ ਦਿੱਤੀ ਗਈ ਤਾਂ ਕਿ ਲੋਕਾਂ ਦਾ ਮੂਵਮੈਂਟ ਤੋਂ ਧਿਆਨ ਭਟਕ ਜੇ। ਬੱਚੀ ਦੀ ਬਲੀ, ਹੋਰ ਪਤਾ ਨਹੀਂ ਕਿੰਨੀਆਂ ਧੀਆਂ ਦੀ ਇਹ ਬਲੀ ਦੇਣਗੇ ਇਹੋ ਜਿਹੇ ਸਿਚੁਏਸ਼ਨ ਲਈ। ਸੋ ਸਾਨੂੰ ਉਹ ਚੀਜ਼ਾਂ ਵੀ ਵਿਚਾਰਨੀਆਂ ਪੈਣਗੀਆਂ, ਮੇਰਾ ਵਿਚਾਰ ਆ, ਕਿਉਂਕਿ ਆਪਣੇ ਜਦੋਂ ਕਿਸਾਨਾਂ ਦਾ 2015 ਦੇ ਵਿੱਚ ਵੱਡਾ ਮੋਰਚਾ ਲੱਗਿਆ ਸੀਗਾ ਤਾਂ ਉਸ ਸਮੇਂ ਬਰਗਾੜੀ ਦੇ ਵਿੱਚ ਇਹਨਾਂ ਨੇ ਸਾਡੀਆਂ ਭਾਵਨਾਵਾਂ ਹਰਟ ਕਰਕੇ ਬਰਗਾੜੀ ਵਾਲਾ ਕਾਂਡ ਖੜਾ ਕਰਤਾ ਸੀਗਾ। ਸੋ ਸਾਨੂੰ ਇਹ ਚੀਜ਼ਾਂ ਸਿਆਸੀ ਚਾਲਾਂ ਸਮਝਣੀਆਂ ਪੈਣਗੀਆਂ, ਸਾਨੂੰ ਬੜੇ ਸਿਆਣੇ ਹੋ ਕੇ ਚੱਲਣਾ ਪਊਗਾ। ਸੋ ਮੇਰੀ ਬਸ ਇਹੀ ਬੇਨਤੀ ਆ ਸਾਰਿਆਂ ਨੂੰ। ਮੈਂ ਦੱਸਣਾ ਚਾਹੁੰਦੀ ਸੀ, ਸ਼ਾਇਦ ਕੁਝ ਲੋਕ ਹੁਣ ਇਸ ਚੀਜ਼ ਕਰਕੇ ਗੁੱਸੇ ਵੀ ਹੋਣਗੇ, ਨਾਰਾਜ਼ ਵੀ ਹੋਣਗੇ। ਮੇਰੀ ਗੱਲ ਇਹੀ ਆ ਕਿ ਮੇਰੇ ਕੋਲ ਤਜਰਬਾ ਘੱਟ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਮਤਲਬ, ਕਿਉਂਕਿ ਮੈਂ ਸਿਰਫ ਤੇ ਸਿਰਫ ਕਿਸਾਨੀ ਲਈ, ਪੰਜਾਬ ਦੇ ਹਿੱਤਾਂ ਲਈ ਜਾ ਰਹੀ ਹਾਂ, ਸਾਡੀ ਹੋਂਦ ਦੀ ਲੜਾਈ ਆ, ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਉਸ ਚੀਜ਼ ਕਰਕੇ ਕੁਝ ਵੀ ਗਲਤ ਮੈਸੇਜ ਯੂਥ 'ਚ ਜਾਵੇ। ਸੋ ਯੂਥ ਨੂੰ ਇਹੀ ਮੈਸੇਜ ਆ ਕਿ ਅਸੀਂ ਸਾਰੇ ਇਕੱਠੇ ਆ, ਅਸੀਂ ਅੰਦੋਲਨ ਅੱਡ ਨਹੀਂ ਕਰਨਾ, ਜਿਵੇਂ ਵੀ ਹੈ ਸਾਡੀਆਂ ਜਥੇਬੰਦੀਆਂ ਹੁਕਮ ਕਰਨਗੀਆਂ, ਅਸੀਂ ਨਾਲ ਹੈਗੇ ਆ, ਨਾਲ ਰਹਾਂਗੇ। ਤੇ ਦੂਜੀ ਗੱਲ ਕਿ ਓਬਵੀਅਸਲੀ ਗੱਲ ਆ, ਜਿੰਨਾ ਕੁ ਵੀ ਮੈਸੇਜ ਕਨਵੇ ਹੋ ਸਕਦਾ ਆ, ਕਈ ਲੋਕ ਕਹਿੰਦੇ ਕਿ ਫੇਸਬੁੱਕ ਤੇ ਬੋਲਣ ਨਾਲ ਕੁਝ ਨਹੀਂ ਹੋਊਗਾ, ਬਹੁਤ ਕੁਝ ਫਰਕ ਪੈਂਦਾ ਵੀਰੇ, ਲੋਕਾਂ ਤੱਕ ਮੈਸੇਜ ਜਾਂਦੇ ਨੇ। ਸੋ ਜਿਵੇਂ ਵੀ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਅਸੀਂ ਉਵੇਂ ਕਵਾਂਗੇ। ਹੁਣ ਵੈਸੇ ਵੀ ਟਾਈਮ ਇਹੀ ਆ ਕਿ ਅਸੀਂ ਇਕਜੁੱਟ ਹੋ ਕੇ ਲੜਾਈ ਲੜੀਏ, ਅੱਡ ਅੱਡ ਤੰਬੂ ਨਾ ਗੱਡੀਏ। ਸੋ ਮੈਂ ਨਹੀਂ ਵੀਰੇ ਨਾਲ ਡਿਸਕਸ ਕੀਤਾ ਹੈਗਾ, ਕਿਉਂਕਿ ਵੀਰਾ ਫਿਰ ਮੈਨੂੰ ਸਮਝਾ ਲੈਂਦੇ ਆ, ਔਰ ਮੈਂ ਹੈਗੀ ਆ ਜਜ਼ਬਾਤੀ, ਮੈਂ ਉਵੇਂ ਮੰਨ ਲੈਂਦੀ ਹਾਂ। ਤੇ ਇਸ ਲਈ ਮੈਂ ਡਿਸਾਈਡ ਕੀਤਾ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰੂੰਗੀ, ਮੈਂ ਸਿਰਫ ਆਪਦੀ ਟੀਮ ਦੇ ਨਾਲ ਗੱਲ ਕੀਤੀ ਆ, ਠੀਕ ਹੈ ਜੀ। ਸੋ ਪਲੀਜ਼ ਸਾਡੇ ਜਿਹੜੇ ਬਾਕੀ ਮੁੱਦੇ ਹੈਗੇ ਆ, ਪਰ ਇੱਕ ਟਾਈਮ ਤੇ ਇੱਕ ਹੀ ਘੋਲ ਲੜਿਆ ਜਾ ਸਕਦਾ ਹੈ। ਤੇ ਇਹ ਸਮੇਂ ਜਿਹੜਾ ਸਾਡੀ ਲੜਾਈ ਹੈਗੀ ਆ, ਉਹ ਲੜਾਈ ਕਿਸਾਨੀ ਘੋਲ ਦੀ, ਤੇ ਉਹ ਤਿੰਨਾਂ ਬਿੱਲਾਂ ਦੇ ਅਗੇਂਸਟ ਆ। ਪਹਿਲਾਂ ਅਸੀਂ ਇਹ ਜਿੱਤ ਲਈਏ, ਬਾਕੀ ਵੀ ਅਸੀਂ ਜਿੱਤ ਲਾਂਗੇ। ਤੇ ਰਹੀ ਗੱਲ ਜਿਹੜੀ ਆ ਕਿ ਪੰਜਾਬ ਦੇ ਬਾਕੀ ਮੁੱਦੇ, ਉਹ ਬਾਕੀ ਮੁੱਦੇ ਪੰਜਾਬ ਸਰਕਾਰ ਨਾਲ ਲੜੇ ਜਾ ਸਕਦੇ ਨੇ, ਉਹ ਲੜੇ ਜਾ ਸਕਦੇ ਨੇ, ਪਰ ਇਹ ਨਾ ਹੋਵੇ ਕਿ ਜਿਵੇਂ ਸਾਡਾ ਪਾਣੀ ਵਾਲਾ ਕੋਡ ਦੇ ਵਿੱਚ ਕੈਦ ਹੋ ਕੇ ਰਹਿ ਗਿਆ, ਸਾਡਾ ਇਹ ਵੀ ਕੈਦ ਹੋ ਕੇ ਰਹਿ ਜੇ। ਸੋ ਮੈਂ ਜਿੰਨਾ ਕਿ ਵੀ ਹੈਗਾ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਆ। ਸੋ ਮੈਂ ਜਿਵੇਂ ਉਹ ਹੁਕਮ ਕਰਨਗੇ ਉਵੇਂ ਚੱਲਾਂਗੇ।
ਕਿਉਂਕਿ ਮੇਰੇ ਕੋਲ ਤਜਰਬਾ ਨਹੀਂ ਹੈਗਾ। ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਯੂਜ਼ ਹੋ ਜਾਂ, ਕਿਉਂਕਿ ਮੈਂ ਪੂਰੇ ਦਿਲ ਤੇ ਜਜ਼ਬਾਤ ਨਾਲ ਲੱਗੀ ਹੋਈ ਹਾਂ। ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਹੋ ਜਿਹੀ ਹੈਗੀ ਆ। ਮੈਂ ਬੜੀ ਜਜ਼ਬਾਤੀ ਹੋ ਜਾਂਦੀ ਆ। ਸੋ ਕਈ ਲੋਕਾਂ ਨੂੰ ਮੇਰੇ ਤੋਂ ਬਹੁਤ ਸਾਰੇ ਸ਼ਿਕਵੇ ਵੀ ਹੋਣਗੇ, ਸੋ ਰਹਿਣ ਦਿਓ ਜਿਨ੍ਹਾਂ ਨੂੰ ਸ਼ਿਕਵੇ ਆ। ਸੋ ਜਿਹੜੇ ਲੋਕਾਂ ਨੂੰ ਇਹ ਕਿ ਮੇਰੀ ਟੀਮ ਕਿਹੜੀ ਹੈ, ਮੇਰੀ ਟੀਮ ਸਿਰਫ ਮੇਰੀ ਬਚਪਨ ਬਚਾਓ ਤੇ ਯੂਥ ਆਫ ਪੰਜਾਬ ਹੈਗੀ ਆ। ਬਾਕੀ ਸਾਰੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ। ਜੋ ਮੈਨੂੰ ਸਹੀ ਲੱਗਦਾ ਮੈਂ ਉਹ ਕੀਤਾ, ਤੇ ਮੈਂ ਕਿਸਾਨ ਜਥੇਬੰਦੀਆਂ ਦੇ ਘੋਲ 'ਚ, ਤੇ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਜਿੱਥੇ ਜਿੱਥੇ ਜਥੇਬੰਦੀਆਂ ਦੇ ਮੋਰਚੇ ਲੱਗੇ ਉੱਥੇ ਉੱਥੇ ਜਾਓ। ਸੋ ਮੈਂ ਜ਼ਰੂਰ ਹੁਣ ਉਹੀ ਗੱਲ ਕਰਾਂਗੀ ਕਿ ਮੈਂ ਸ਼ੰਭੂ ਖੁਰਦ ਕਿਸਾਨ ਜਥੇਬੰਦੀਆਂ ਦੀ ਨੇ ਰੇਲ ਜਾਂ ਵੱਡਾ ਮੋਰਚਾ ਲਾਇਆ ਹੋਇਆ, ਸੋ ਉੱਥੇ ਜਾਵਾਂਗੇ, ਤੁਸੀਂ ਵੀ ਪਹੁੰਚੋ ਉੱਥੇ। ਧੰਨਵਾਦ ਜੀ। ਸੋ ਮੇਰੀਆਂ ਗੱਲਾਂ ਕਿਸੇ ਨੂੰ ਬੁਰੀਆਂ ਲੱਗੀਆਂ ਤਾਂ ਉਹ ਗੱਲ ਇਹ ਆ ਕਿ ਪੋਲੀਟਿਕਸ ਦੇਖੋ, ਮੈਂ ਆਹੀ ਭਾਜੀ ਨੇ ਵੀ ਕਿਹਾ ਕਿ ਆਪਸ 'ਚ ਪੋਲੀਟਿਕਸ, ਬਿਲਕੁਲ ਮੈਂ ਉਸ ਪੋਲੀਟਿਕਸ ਤੋਂ ਦੂਰ ਹੈ, ਕਿਉਂਕਿ ਨਾ ਤਾਂ ਮੈਂ ਰਾਜਨੀਤੀ ਕਰਨੀ ਆ। ਮੈਂ ਰਾਜਨੀਤੀ ਕਰਨੀ ਹੁੰਦੀ ਮੈਂ ਕਾਂਗਰਸ 'ਚ ਕਰਦੀ, ਟਿਕਟ ਤੱਕ ਆਫਰ ਸੀ, ਸਾਰਾ ਕੁਝ ਵਧੀਆ ਸੀ ਉੱਥੇ, ਹੈ ਨਾ। ਮੈਂ ਰਾਜਨੀਤੀ ਨਹੀਂ ਕਰਨੀ ਤੇ ਮੈਂ ਪੋਲੀਟਿਕਸ 'ਚ ਨਹੀਂ ਪੈਣਾ। ਮੇਰਾ ਇੱਕੋ ਇੱਕ ਮਕਸਦ ਹੈਗਾ, ਮੇਰੀ ਵਕਾਲਤ ਤੇ ਨਾਲ ਮੇਰੀ ਬਚਪਨ ਬਚਾਓ। ਮੈਂ ਹੋਰ ਕੁਝ ਵੀ ਨਹੀਂ ਕਰਨਾ। ਬਿਲਕੁਲ ਦੀਦੀ, ਮੈਂ ਕੱਲ ਉਹੀ ਚੀਜ਼ ਸੋਚੀ ਸੀਗੀ ਕਿ ਮੈਂ ਨਹੀਂ ਚਾਹੁੰਦੀ ਮੇਰੇ ਜਜ਼ਬਾਤ ਕੋਈ ਵਰਤ ਲੇ ਤੇ ਮੈਂ ਸਹੀ ਫੈਸਲਾ, ਇਸੇ ਲਈ ਮੈਂ ਬਹੁਤ ਸੋਚ ਸਮਝ ਕੇ ਅੱਜ ਇਹ ਫੈਸਲਾ ਲਿਆ ਆ ਕਿ ਮੈਂ ਸਿਰਫ ਕਿਸਾਨ ਜਥੇਬੰਦੀਆਂ ਦੇ ਨਾਲ ਆ। ਤੇ ਮੈਂ ਨਹੀਂ ਚਾਹੁੰਦੀ ਕਿ ਅੱਡੋ ਪਾੜ ਵਾਲੀਆਂ ਗੱਲਾਂ ਹੋਣ, ਤੇ ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਸੋ ਮੈਂ ਕਿਸੇ ਵੀ ਪੋਲੀਟੀਕਲ ਫਰੰਟ ਦੇ ਨਾਲ ਜਾਂ ਕੋਈ ਵੀ ਜਿਹੜੀਆਂ ਗੱਲਾਂ ਨੇ ਮੈਂ ਨਾਲ ਨਹੀਂ ਜਾ ਸਕਦੀ। ਠੀਕ ਆ, ਸਾਡੇ ਪੰਜਾਬ ਦੇ ਮੁੱਦੇ ਹੈਗੇ, ਮੈਨੂੰ ਵੀ ਲੱਗਦਾ ਆ, ਪਰ ਇਸ ਟਾਈਮ ਕਿਸਾਨੀ ਸਾਡਾ ਵੱਡਾ ਮੁੱਦਾ ਆ ਤੇ ਕਿਸਾਨੀ ਸਾਡੀ ਪਹਿਲੇ ਨੰਬਰ ਤੇ ਆ। ਸੋ ਪਹਿਲਾਂ ਕਿਸਾਨੀ ਦਾ ਘੋਲ ਲੜ ਲਈਏ ਤੇ ਜਿੱਤ ਲਈਏ, ਉਦੋਂ ਬਾਅਦ ਵਿੱਚ ਅਸੀਂ ਬਾਕੀ ਜੰਗਾਂ ਵੀ ਜਿੱਤ ਲਾਂਗੇ, ਜਿਵੇਂ ਜਿਵੇਂ ਕਰ ਰਹੇ ਹਾਂ।